श्री अकाल गाइज, मैं शिवांगी ते तुसी सारे देख रहे हो सिटी होम न्यूज़। ਤੁਹਾਨੂੰ ਅੱਜ मैं लैके आई हाँ विरासती हवेली सिद्धू मूसेवाले की हवेली ते ਅੱਜ ਅਸੀਂ ਪਹੁੰਚੇ ਹਾਂ कि खास ਇੱਥੇ ਤੇ ਉਹ ਕੌਣ ਸ਼ਖਸ ਹੈ ਜਿਸਨੇ ਸਿੱਧੂ मूसेवाला ਦੀ ਯਾਦ ਦੇ ਵਿੱਚ ਲੁਧਿਆਣੇ ਦੇ ਵਿੱਚ ਬਣਾਈ ਹੈ ਹਵੇਲੀ। और ਉਹਨਾਂ ਨਾਲ ਵੀ ਮਿਲਦੇ ਹਾਂ, ਗੱਲਬਾਤ ਕਰਦੇ ਹਾਂ ਤੇ ਪੂਰੀ ਹਵੇਲੀ ਵੀ ਦੇਖਾਂਗੇ। ਸੋ ਆਓ ਛੇਤੀ ਛੇਤੀ ਮੇਰੇ ਨਾਲ। अंदर तुसी देखोगे असी कोई पक्खा नहीं लाया होया। हुण गर्मी का मौसम आ, फिर भी मतलब अंदर बहुत वधिया रहिंदा वा, ऐदां नहीं कोई गर्मी होऊगी। सिद्धू मूसेवाले वीर दा तां अज दी डेट 'च मेरे हिसाब नाल जी कोई इहो जिहा होना नहीं जिहड़ा उहदा फैन ना होवे। सारी दुनिया फैन आ उहदी। सिद्धू मूसेवाला के नाम ते हुण तां यूट्यूब ते भी कुछ भी पाओ मिनटों मिनट वायरल हो जांदियां ने चीज़ां। लेकिन सिद्धू मूसेवाला के नाम ते हवेली शुरू करना कह सकते हैं एक पुराना रेस्टोरेंट तुसी चला रहे हो सिद्धू मूसेवाला के नाम ते किते वध पैसे मिल जाणगे जां कुछ किस तरह की थिंकिंग उसनूं देखदे हो? ਵੱਧ ਪੈਸੇ ਵਾਲੀ ਗੱਲ ਇਉਂ ਆ ਜੀ, ਦੇਖੋ ਤੁਸੀਂ ਹੋਰ ਵੀ ਹਵੇਲੀਆਂ ਬਣੀਆਂ ਦੇਖੀਆਂ ਹੋਣਗੀਆਂ। ਅਗਰ ਉੱਥੇ ਤੁਸੀਂ ਖਾਣਾ ਖਾਣ ਜਾਓਗੇ, ਇੱਕ ਬੰਦਾ ਮੇਰੇ ਹਿਸਾਬ ਨਾਲ 300-400 ਦੇ ਵਿੱਚ ਖਾਣਾ ਖਾਂਦਾ, ਠੀਕ ਹੈ ਜੀ। ਸਾਡੇ ਕੋਲੇ 50 ਰੁਪਏ 'ਚ ਖਾਂਦਾ। ਅਸੀਂ 50 ਰੁਪਏ 'ਚ ਕੀ ਬਿਜ਼ਨਸ ਕਰ ਲਾਂਗੇ ਸਿੱਧੂ ਮੂਸੇਵਾਲੇ ਵੀਰ ਦੇ ਨਾਮ ਤੇ। विरासती हवेली के ओनर यानी तलविंदर सिंह साडे नाल मौजूद ने। उन्हां नाल गलबात करते हैं। सत श्री अकाल सर। ਸਤਿ ਸ਼੍ਰੀ ਅਕਾਲ ਜੀ। बहुत बहुत स्वागत है पहला तो तुहाडा सिटी होम न्यूज़ ते। ਹਾਂਜੀ ਹਾਂਜੀ, ਤੁਹਾਡਾ ਵੀ ਸਵਾਗਤ ਹੈ ਜੀ ਸਾਡੀ ਹਵੇਲੀ 'ਚ। सो पहली गल तो बहुत बहुत मुबारक, बहुत सोहना उपराला है। तो एक सोच किवें सोची है कि एक हवेली बनाना ते पंजाबी विरसे नूं साਂਭ के रखना? ਜਿੱਦਾਂ ਅਸੀਂ ਇਹ ਗੱਲ ਸੋਚੀ ਜੀ, ਮਤਲਬ ਜਿਹੜੇ ਆਪਣੇ ਲੋਕ ਵਿਰਸੇ ਨਾਲੋਂ ਟੁੱਟ ਚੁੱਕੇ ਆ, ਅਸੀਂ ਉਹਨਾਂ ਨੂੰ ਆਪਣੇ ਪੰਜਾਬੀ ਵਿਰਸੇ ਨਾਲ ਜੋੜਨ ਦੀ ਕੋਸ਼ਿਸ਼ ਕਰ ਰਹੇ ਹਾਂ। ਜਿੱਦਾਂ ਇਹ ਆਪਾਂ ਹਵੇਲੀ ਬਣਾਈ, ਹਵੇਲੀ ਆਪਾਂ ਇਹ ਤਾਂ ਬਣਾਈ ਸੀ ਕਿ ਜਿੱਦਾਂ ਅੱਜ ਕੱਲ੍ਹ ਜ਼ਿਆਦਾਤਰ ਲੋਕ ਬਿਮਾਰ ਰਹਿੰਦੇ ਆ, ਆਪਾਂ ਪੱਥਰਾਂ ਦੇ ਘਰ ਬਣਾ ਲਏ। ਪਹਿਲਾਂ ਹੁਣ ਦੇਖ ਲਓ, ਘਰ ਲੋਕ ਵੀ ਸੁਖੀ ਸੀ, ਹੈ ਨਾ। ਅੱਜ ਕੱਲ੍ਹ ਕਿਸੇ ਜ਼ਿਆਦਾ ਪੈਸੇ ਵਾਲੇ ਨੂੰ ਛੇੜ ਕੇ ਦੇਖ ਲਓ, ਉਹ ਆਪਣੇ ਨੂੰ ਵੀ ਜ਼ਿਆਦਾ ਦੁਖੀ ਆ, ਹੈ ਨਾ। ਤਾਂ ਕਰਕੇ ਆਪਾਂ ਇਹ ਘਰ ਬਣਾਇਆ ਕਿਉਂਕਿ ਪੁਰਾਣੇ ਟਾਈਮ 'ਚ ਲੋਕ ਬਹੁਤ ਜ਼ਿਆਦਾ ਸੁਖੀ ਸੀਗੇ ਇਹ ਘਰਾਂ ਦੇ ਵਿੱਚ। ਹੁਣ ਤੁਸੀਂ ਮੰਨਣੀ ਨਹੀਂ ਗੱਲ, ਜਿੱਦਾਂ ਹੁਣ ਅੰਦਰ ਤੁਸੀਂ ਦੇਖੋਗੇ ਅਸੀਂ ਕੋਈ ਪੱਖਾ ਨਹੀਂ ਲਾਇਆ ਹੋਇਆ। ਹੁਣ ਗਰਮੀ ਦਾ ਮੌਸਮ ਆ, ਫਿਰ ਵੀ ਮਤਲਬ ਅੰਦਰ ਬਹੁਤ ਵਧੀਆ ਰਹਿੰਦਾ ਵਾ, ਐਦਾਂ ਨਹੀਂ ਕੋਈ ਗਰਮੀ ਹੋਊਗੀ ਜੀ। ਤੇ ਜਿੱਥੇ ਵੀ ਦੇਖੋ ਸਿੱਧੂ ਮੂਸੇਵਾਲਾ ਦੀ ਤਸਵੀਰ, ਬਹੁਤ ਵੱਡੇ ਫੈਨ ਜਾਪਦੇ ਹੋ। ਸਿੱਧੂ ਮੂਸੇਵਾਲੇ ਵੀਰ ਦਾ ਤਾਂ ਅੱਜ ਦੀ ਡੇਟ 'ਚ ਮੇਰੇ ਹਿਸਾਬ ਨਾਲ ਜੀ ਕੋਈ ਇਹੋ ਜਿਹਾ ਹੋਣਾ ਨਹੀਂ ਜਿਹੜਾ ਉਹਦਾ ਫੈਨ ਨਾ ਹੋਵੇ। ਸਾਰੀ ਦੁਨੀਆ ਫੈਨ ਆ ਉਹਦੀ, ਕਿਉਂਕਿ ਪਤਾ ਹੀ ਆ ਆਪਾਂ ਨੂੰ ਸਾਰਿਆਂ ਨੂੰ ਕਿ ਵੀਰ ਨਾਲ ਧੱਕਾ ਹੋਇਆ, ਹੈ ਨਾ। ਇਨਸਾਫ ਨਹੀਂ ਹਜੇ ਤੱਕ ਮਿਲਿਆ ਹੈਗਾ। ਕਾਫੀ ਲੰਬਾ ਟਾਈਮ ਹੋ ਗਿਆ, ਸਾਲ ਤੋਂ ਉੱਪਰ ਹੋ ਗਿਆ। ਆ ਸਿੱਧੂ ਮੂਸੇਵਾਲੇ ਵੀਰ ਦੀ ਬਰਸੀ ਸੀ, ਉੱਥੇ ਦੇਖ ਲਓ ਕੀ ਕੁਛ ਕੀਤਾ ਸਰਕਾਰਾਂ ਨੇ, ਹੈ ਨਾ। ਲੋਕਾਂ ਨੂੰ ਪਹੁੰਚਣ ਨਹੀਂ ਦਿੱਤਾ, ਰਸਤੇ 'ਚ ਰੋਕੇ ਲੋਕ, ਜਾਂ ਕਿੱਦਾਂ ਕੋਈ ਅੰਮ੍ਰਿਤਪਾਲ ਦਾ ਕੋਈ ਇੱਦਾਂ ਲੈ ਕੇ ਇਹਨਾਂ ਨੇ ਕੋਈ, ਹੈ ਨਾ, ਬਣਾ ਕੇ। ਤੇ ਇਹ ਹਵੇਲੀ ਅਸੀਂ ਕੱਚੀ ਪਹਿਲਾਂ ਬਣਾਉਣੀ ਸੀਗੀ ਜੀ। ਉਸ ਤੋਂ ਬਾਅਦ ਫਿਰ ਇਨਸਾਨੀਅਤ ਦੇ ਨਾਤੇ ਮਤਲਬ ਆਪਾਂ ਇਹ ਸੋਚਿਆ ਵੀ ਇਹ ਆਪਾਂ ਬਣਾ ਕੇ ਹਵੇਲੀ ਵੀਰ ਨੂੰ ਸਮਰਪਿਤ ਕੀਤੀ ਜਾਵੇ। ਤਾਂ ਕਰਕੇ ਫਿਰ ਸਿੱਧੂ ਮੂਸੇਵਾਲੇ ਵੀਰ ਦੇ ਨਾਮ ਤੇ ਹਵੇਲੀ ਬਣਾਤੀ ਜੀ। ਪਹਿਲਾਂ ਆਪਾਂ ਵਿਰਾਸਤੀ ਘਰ ਬਣਾਉਣਾ ਸੀਗਾ, ਇਹ ਤਾਂ ਕਰਕੇ ਹੁਣ ਇਹਦਾ ਨਾਮ ਆਪਾਂ ਵਿਰਾਸਤੀ ਹਵੇਲੀ ਰੱਖਤਾ ਜੀ। ਕਈ ਲੋਕਾਂ ਦੀ ਸੋਚ ਤਾਂ ਇੱਥੇ ਤੱਕ ਹੀ ਹੈ ਕਿ ਸਿੱਧੂ ਮੂਸੇਵਾਲਾ ਦੇ ਨਾਮ ਤੇ ਹੁਣ ਤਾਂ YouTube ਤੇ ਵੀ ਕੁਝ ਵੀ ਪਾਓ ਮਿੰਟੋਂ ਮਿੰਟ ਵਾਇਰਲ ਹੋ ਜਾਂਦੀਆਂ ਨੇ ਚੀਜ਼ਾਂ। ਲੇਕਿਨ ਸਿੱਧੂ ਮੂਸੇਵਾਲਾ ਦੇ ਨਾਮ ਤੇ ਹਵੇਲੀ ਸ਼ੁਰੂ ਕਰਨਾ ਕਹ ਸਕਦੇ ਹਾਂ ਇੱਕ ਪੁਰਾਣਾ ਰੈਸਟੋਰੈਂਟ ਤੁਸੀਂ ਚਲਾ ਰਹੇ ਹੋ ਸਿੱਧੂ ਮੂਸੇਵਾਲਾ ਦੇ ਨਾਂ ਤੇ ਕਿਤੇ ਵੱਧ ਪੈਸੇ ਮਿਲ ਜਾਣਗੇ ਜਾਂ ਕੁਝ ਕਿਸ ਤਰ੍ਹਾਂ ਦੀ ਥਿੰਕਿੰਗ ਉਸਨੂੰ ਦੇਖਦੇ ਹੋ? ਕਿਉਂਕਿ ਲੋਕੀ ਤਾਂ ਬਹੁਤ ਕੁਝ ਕਹਿੰਦੇ ਨੇ। ਵੱਧ ਪੈਸੇ ਵਾਲੀ ਗੱਲ ਇਉਂ ਆ ਜੀ, ਦੇਖੋ ਤੁਸੀਂ ਹੋਰ ਵੀ ਹਵੇਲੀਆਂ ਬਣੀਆਂ ਦੇਖੀਆਂ ਹੋਣਗੀਆਂ। ਅਗਰ ਉੱਥੇ ਤੁਸੀਂ ਖਾਣਾ ਖਾਣ ਜਾਓਗੇ, ਇੱਕ ਬੰਦਾ ਮੇਰੇ ਹਿਸਾਬ ਨਾਲ 300-400 ਦੇ ਵਿੱਚ ਖਾਣਾ ਖਾਂਦਾ, ਠੀਕ ਹੈ ਜੀ। ਸਾਡੇ ਕੋਲੇ 50 ਰੁਪਏ 'ਚ ਖਾਂਦਾ। ਅਸੀਂ 50 ਰੁਪਏ 'ਚ ਕੀ ਬਿਜ਼ਨਸ ਕਰ ਲਾਂਗੇ ਸਿੱਧੂ ਮੂਸੇਵਾਲੇ ਵੀਰ ਦੇ ਨਾਮ ਤੇ। ਅਸੀਂ ਤਾਂ ਇੱਕ ਸੇਵਾ ਕਰ ਰਹੇ ਹਾਂ। ਸਿਰਫ ਆਪਾਂ ਜਿਹੜੀ ਥਾਲੀ ਅਗਲੇ ਨੂੰ ਤਿਆਰ ਕਰਕੇ ਦਿੰਦੇ ਹਾਂ 50 ਰੁਪਏ ਦੇ ਵਿੱਚ ਦਿੰਦੇ ਹਾਂ ਜੀ। ਉਹਨਾਂ ਦੇ ਫਾਦਰ ਸਾਹਿਬ ਤੇ ਮਦਰ ਜੀ ਨੂੰ ਕਦੇ ਤੁਸੀਂ ਮਿਲ ਕੇ ਆਏ ਹੋ, ਉਹਨਾਂ ਨੂੰ ਦੱਸਿਆ, ਉਹਨਾਂ ਨੂੰ ਸੱਦਿਆ ਇੱਥੇ ਕਿ ਤੁਸੀਂ ਆਓ, ਤੁਹਾਡੇ ਪੁੱਤਰ ਦੀ ਯਾਦ ਦੇ ਵਿੱਚ ਅਸੀਂ ਇੱਕ ਹਵੇਲੀ ਬਣਾਈ ਹੈ?
ਦੇਖੋ ਜੀ ਉਹਨਾਂ ਨੂੰ ਸੱਦਿਆ ਤਾਂ ਨਹੀਂਗਾ। ਅਸੀਂ ਹੁਣ ਚਾਹੁੰਦੇ ਆ ਵੀ ਅਸੀਂ ਅੱਗੇ ਜਿਹੜੇ ਹੋਰ ਅੱਗੇ ਰੂਮ ਬਣਾ ਰਹੇ ਹਾਂ ਹਵੇਲੀ ਨੂੰ, ਇਹਨੂੰ ਅੱਗੇ ਵਧਾ ਰਹੇ ਹਾਂ ਆਪਾਂ, ਠੀਕ ਹੈ ਜੀ। ਉਹਦੇ ਵਿੱਚ ਕੀ ਆ, ਸਿੱਧੂ ਮੂਸੇਵਾਲੇ ਵੀਰ ਦੀ ਜਿਹੜੀ ਫੋਟੋ ਆ ਅਸੀਂ ਉਹਦੇ ਮਾਤਾ ਪਿਤਾ ਦੇ ਨਾਲ ਲਗਾਉਣੀ ਆ। ਫਿਰ ਉਹਨਾਂ ਨੂੰ ਆਪਾਂ ਜ਼ਰੂਰ ਇਨਵਾਈਟ ਕਰਾਂਗੇ, ਇੱਥੇ ਬੁਲਾਵਾਂਗੇ ਜ਼ਰੂਰ ਜਦੋਂ ਇਹ ਦੁਬਾਰਾ ਹੁਣ ਇਹਦੀ ਓਪਨਿੰਗ ਕਰਾਂਗੇ ਜੀ। ਜਦੋਂ ਅੱਗੇ ਆਪਾਂ ਵਧਾਤੀ ਨਾ ਰੂਮ ਬਣਾਵਾਂਗੇ ਉਦੋਂ ਉਹਨਾਂ ਨੂੰ ਜ਼ਰੂਰ ਬੁਲਾਵਾਂਗੇ ਜੀ ਆਪਾਂ। ਪਰ ਕਿਤੇ ਨਾ ਕਿਤੇ ਮੈਂ ਵੀ ਤੁਹਾਡੀ ਵੀਡੀਓ ਦੇਖ ਕੇ ਇੱਥੇ ਆਈ ਹਾਂ, ਵੀਡੀਓ ਕਾਫੀ ਵਾਇਰਲ ਹੋਈ ਸੀ, ਕਾਫੀ ਲੋਕਾਂ ਨੇ ਤਾਰੀਫ ਵੀ ਕੀਤੀ ਹੈ ਕਿਉਂਕਿ ਅੱਜ ਦੇ ਮਾਡਰਨ ਯੁੱਗ ਦੇ ਵਿੱਚ ਇਹ ਚੀਜ਼ਾਂ ਤਾਂ ਬਿਲਕੁਲ ਲੁਪਤ ਹੋ ਗਈਆਂ ਨੇ, ਹੈ ਨਾ। ਤੇ ਉਹਨਾਂ ਨੇ ਵੀ ਕਿਤੇ ਨਾ ਕਿਤੇ ਦੇਖਿਆ ਹੋਵੇਗਾ, ਪ੍ਰੇਸ ਕੋਈ ਆਈ ਇੱਦਾਂ ਦੀ ਚੀਜ਼ ਹੁਣ ਤੱਕ? ਨਹੀਂ ਦੇਖੋ, ਉਹਨਾਂ ਦਾ ਇੱਕ ਗਰੁੱਪ ਚੱਲ ਰਿਹਾ ਜੀ ਸਿੱਧੂ ਮੂਸੇਵਾਲੇ ਵੀਰ ਦਾ। ਉਹ ਜਦੋਂ ਇਹ ਹਵੇਲੀ ਆਪਾਂ ਬਣਾਈ ਆ ਸਿੱਧੂ ਮੂਸੇਵਾਲੇ ਵੀਰ ਦੇ ਨਾਮ ਤੇ, ਉਦੋਂ ਜਦੋਂ ਵੀਡੀਓ ਪਈ ਆ, ਇਹਦੀ ਪਹਿਲੀ ਵੀਡੀਓ ਪਈ ਆ, ਉਦੋਂ ਹੀ ਮੈਨੂੰ ਇੱਕ ਫੋਨ ਆਇਆ, ਕਹਿੰਦੇ ਅਸੀਂ ਇੱਦਾਂ ਕਰਕੇ ਵੀ ਤੁਹਾਨੂੰ ਗਰੁੱਪ 'ਚ ਐਡ ਕਰਨਾ ਚਾਹੁੰਦੇ ਹਾਂ ਸਿੱਧੂ ਮੂਸੇਵਾਲੇ ਵੀਰ ਦੇ ਗਰੁੱਪ 'ਚ। ਤੇ ਮੈਂ ਉਹਨਾਂ ਨੂੰ ਆਪਣਾ ਨੰਬਰ ਤੇ ਨਾਮ ਭੇਜਤਾ ਜੀ। ਉਹਨਾਂ ਨੇ ਮੈਨੂੰ, ਮੁੰਡਿਆਂ ਨੇ ਜੋ ਵੀ ਨੇ, ਉਹਨਾਂ ਨੇ ਸਿੱਧੂ ਮੂਸੇਵਾਲੇ ਵੀਰ ਦੇ ਗਰੁੱਪ ਦੇ ਵਿੱਚ ਮਤਲਬ ਮੇਰਾ ਨਾਮ ਪਾ ਕੇ ਐਡ ਕਰਤਾ। ਉਹ ਮੇਰੇ ਨਾਲ ਹੁਣ ਫੋਟੋਆਂ ਸ਼ੇਅਰ ਕਰਦੇ ਰਹਿੰਦੇ ਆ, ਹਵੇਲੀ ਦੀਆਂ ਫੋਟੋਆਂ ਵੀ ਮੰਗਵਾਉਂਦੇ ਆ। ਜਿਹੜੀ ਆਪਣੀ ਕੋਈ ਨਵੀਂ ਵੀਡੀਓ ਬਣਦੀ ਆ ਉਹ ਵੀ ਮੈਂ ਉਹਨਾਂ ਨੂੰ ਪਾਉਣਾ ਵਾ। ਅੱਛਾ, ਇੱਕ ਹੋਰ ਚੀਜ਼ ਹੈ, ਮਿੱਟੀ ਦਾ ਘਰ ਹੈ ਇੱਕ ਤਰੀਕੇ ਨਾਲ, ਹੈ ਨਾ। ਬਰਸਾਤ ਦਾ ਮੌਸਮ ਹੈ, ਮੌਸਮ ਦੀ ਵੀ ਮਾਰ ਪੈ ਸਕਦੀ ਹੈ, ਮਤਲਬ ਸਿਸਟਮ ਕਿੱਦਾਂ ਦਾ ਤੁਸੀਂ ਮੇਨਟੇਨ ਕਰਨ ਦਾ ਸੋਚਿਆ ਹੋਇਆ? ਇਹਦਾ ਇੱਦਾਂ ਜੀ, ਜਿੱਦਾਂ ਮੌਸਮ ਖਰਾਬ ਹੋ ਜਾਂਦਾ ਵਾ, ਇਹਦੀ ਸਾਂਭ ਸੰਭਾਲ ਬਹੁਤ ਔਖੀ ਆ। ਸਾਨੂੰ ਇਹ ਤਰਪਾਲ ਦੇ ਨਾਲ ਨਾ ਢਕਣਾ ਪੈਂਦਾ ਵਾ। ਹੁਣ ਮੇਰੀ ਅੱਜ ਹੀ ਗੱਲ ਹੋਈ ਸੀਗੀ ਮੁੰਡੇ ਨਾਲ, ਉਹ ਕਹਿੰਦਾ ਸੀ ਵੀ ਵੀਰ ਜੀ ਇਹਨੂੰ ਆਪਾਂ ਲੈਮੀਨੇਸ਼ਨ ਕਰ ਦਾਂਗੇ, ਤੁਹਾਨੂੰ ਢੱਕਣ ਦੀ ਲੋੜ ਨਹੀਂ ਪਊਗੀ। ਉਹ ਪੇਪਰ ਹੀ ਇੱਦਾਂ ਦਾ ਆਉਂਦਾ ਵਾ, ਉਹਦੇ ਵਿੱਚ ਬਿਲਕੁਲ ਐਂ ਨਹੀਂ ਹੋਊਗਾ, ਜਿਹੜੀ ਆਪਣੀ ਪੇਂਟਿੰਗ ਆ ਉਹ ਕਲੀਅਰ ਦਿਖੂਗੀ। ਤੇ ਬਰਸਾਤ ਵਗੈਰਾ ਜਿੰਨੀ ਮਰਜ਼ੀ ਆ ਜਾਵੇ, ਕਹਿੰਦਾ ਕੋਈ ਫਰਕ ਨਹੀਂ ਪੈਂਦਾ ਹੈਗਾ। ਇਹਦੀ ਡਿਜ਼ਾਈਨਿੰਗ ਕਿਵੇਂ ਕੀਤੀ ਗਈ? ਕਿਉਂਕਿ ਪੁਰਾਣੇ ਟਾਈਮ ਦੇ ਵਿੱਚ ਇਦਾਂ ਦੀ ਅਸੀਂ ਡਿਜ਼ਾਈਨਿੰਗ ਪੇਂਟਿੰਗ ਦੇਖਦੇ ਸੀ ਕਿ ਉਹ ਆਟੇ ਦਾ ਕਹਿ ਲਈਏ ਜਾਂ ਚੌਲ ਦਾ ਉਹ ਘੋਲ ਬਣਾ ਕੇ ਫਿਰ ਬੀਬੀਆਂ ਪੇਂਟ ਕਰਦੀਆਂ ਹੁੰਦੀਆਂ ਸੀਗੀਆਂ। ਇਹ ਇੱਦਾਂ ਜੀ, ਅਸੀਂ ਨਾ ਸਵੀਮਿੰਗ ਪੂਲ ਬਣਾਇਆ ਸਾਡਾ, ਉਹਦੇ ਤੇ ਇੱਕ ਪੇਂਟਿੰਗ ਕਰਵਾਈ ਸੀਗੀ ਮੁੰਡੇ ਤੋਂ। ਉਹਨੂੰ ਵੀ ਮੈਂ ਦੁਬਾਰਾ ਫੋਨ ਕਰਕੇ ਇਹਦੇ ਤੇ ਪੇਂਟਿੰਗ ਕਰਵਾਈ, ਉਹਨੇ ਬਹੁਤ ਵਧੀਆ ਕੀਤੀ ਆ। ਅੱਗੇ ਜਿਹੜਾ ਹੁਣ ਘਰ ਬਣਾਉਣਾ ਵਾ ਆਪਾਂ, ਇਹੀ ਵਿਰਾਸਤੀ ਹਵੇਲੀ ਨੂੰ ਅੱਗੇ ਵਧਾਉਣਾ ਵਾ, ਉਹ ਵੀ ਮੇਰੀ ਉਹਨਾਂ ਨਾਲ ਗੱਲ ਹੋਈ ਆ। ਮੈਂ ਉਹਨਾਂ ਨੂੰ ਫੋਟੋ ਦਿੱਤੀ ਹੋਈ ਆ, ਮੈਂ ਕਿਹਾ ਵੀ ਆਪਾਂ ਸਿੱਧੂ ਮੂਸੇਵਾਲੇ ਵੀਰ ਦੀ ਉਹਦੇ ਮਾਤਾ ਪਿਤਾ ਦੇ ਨਾਲ ਫੋਟੋ ਜ਼ਰੂਰ ਲਗਾਉਣੀ ਆ। ਉਹ ਕਹਿੰਦੇ ਵੀ ਤਿਆਰ ਕਰਕੇ ਅਸੀਂ ਉਹ ਕਰਵਾ ਦਾਂਗੇ, ਵੀ ਤੁਸੀਂ ਰੂਮ ਤਿਆਰ ਕਰ ਲਓ। ਇੱਥੇ ਮੈਂ ਇੱਕ ਚੀਜ਼ ਹੋਰ ਦੇਖੀ ਹੈ, ਤੁਹਾਨੂੰ ਵੀ ਹਲੇ ਦਿਖਾਣਾ ਵਾ ਕਿ ਪੁਰਾਣੇ ਟਾਈਮ ਦਾ ਚਰਖਾ ਹੋ ਗਿਆ। ਚਰਖਾ ਕੀ ਹੈ, ਤਕਲਾ ਕੀ ਹੈ, ਮਾਲ ਕੀ ਹੈ, ਤੇ ਮਦਾਨੀ ਵੀ ਪਈ ਹੋਈ ਹੈ। ਮਤਲਬ ਇਹ ਪੂਰਾ ਪ੍ਰੋਪਰ ਤੁਸੀਂ ਸਾਂਭ ਕੇ ਪੁਰਾਣੀਆਂ ਚੀਜ਼ਾਂ ਵੀ ਇੱਥੇ ਰੱਖੀਆਂ ਹੋਈਆਂ ਨੇ। ਇਹ ਦੇਖੋ ਜੀ, ਜਿਵੇਂ ਸਾਡੇ ਕੋਲੇ ਕਾफ़ੀ ਚੀਜ਼ਾਂ ਇਸ ਟਾਈਮ ਪੁਰਾਣੀਆਂ ਪਈਆਂ ਨੇ, ਅਸੀਂ ਲੱਭਦੇ ਵੀ ਪਏ ਆ। ਅਸੀਂ ਇਹ ਵੀ ਕਹਿੰਦੇ ਆ, ਅਗਰ ਕੋਈ ਵੀਰ ਆਪਣੇ ਕੋਲੇ ਆਉਂਦਾ ਬਈ ਯਾਰ ਪੈਸੇ ਅਸੀਂ ਦੇ ਦਿਆਂਗੇ ਤੁਹਾਨੂੰ, ਅਗਰ ਤੁਹਾਡੇ ਕੋਲੇ ਕੋਈ ਚੀਜ਼ ਇੱਦਾਂ ਦੀ ਪਈ ਆ, ਕਿਉਂਕਿ ਤੁਹਾਡੇ ਲਈ ਤਾਂ ਉਹ ਵੇਸਟ ਆ। ਕਿਉਂਕਿ ਮੈਂ ਦੇਖਿਆ ਜੀ, ਲੋਕਾਂ ਨੇ ਤੂੜੀ ਵਾਲੇ ਕਮਰੇ ਦੇ ਵਿੱਚ ਇਹੋ ਜਿਹੀਆਂ ਚੀਜ਼ਾਂ ਵੇਸਟ ਕੀਤੀਆਂ ਪਈਆਂ, ਸਿੱਟੀਆਂ ਪਈਆਂ ਨੇ, ਹੈ ਨਾ। ਉਹ ਆਪਾਂ ਇੱਥੇ ਲਿਆ ਕੇ ਰੱਖਾਂਗੇ, ਚਲੋ ਇੱਕ ਤਾਂ ਚੀਜ਼ ਦਾ ਮੁੱਲ ਪੈ ਜਾਊਗਾ, ਇੱਕ ਜਿਹੜੇ ਆਪਣੀ ਨੌਜਵਾਨ ਪੀੜ੍ਹੀ ਆ, ਨਵੇਂ ਬੱਚੇ ਨੇ ਜਿਹੜੇ ਆਪਣੇ, ਉਹਨਾਂ ਨੂੰ ਪਤਾ ਨਹੀਂਗਾ, ਉਹਨਾਂ ਨੂੰ ਇਹਨਾਂ ਦੇ ਬਾਰੇ ਦੱਸਾਂਗੇ। ਹੁਣ ਬੱਚੇ ਆਉਂਦੇ ਆ ਆਪਣੇ ਕੋਲੇ, ਉਹ ਚਰਖੇ ਨੂੰ ਘੁਮਾਈਦਾ ਜਾਂਦੇ ਰਹਿੰਦੇ ਆ, ਪਰ ਉਹਨਾਂ ਨੂੰ ਪਤਾ ਨਹੀਂ ਵੀ ਇਹ ਚਰਖਾ ਜਾਂ ਕੀ ਆ। ਉਹ ਸਾਨੂੰ ਪੁੱਛਦੇ ਆ, ਫਿਰ ਅਸੀਂ ਦੱਸ ਦਿੰਦੇ ਆ ਉਹਨਾਂ ਨੂੰ। ਤਕਲਾ ਤੇ ਮਾਲ ਕੀ ਹੁੰਦਾ? ਜਿਹੜਾ ਤਕਲਾ ਤੇ ਮਾਲ ਆ ਜੀ, ਉਹ ਜਿਵੇਂ ਬੀਬੀਆਂ ਪੁਰਾਣੇ ਟਾਈਮ ਦੇ ਵਿੱਚ ਉਹ ਕੱਤਦੀਆਂ ਸੀਗੀਆਂ। ਤਕਲਾ ਉਹ ਹੁੰਦਾ ਵਾ ਵੀ ਜਿਹੜਾ ਇਹਦੇ ਉੱਤੇ ਉਹ ਘੁੰਮਦਾ ਪਾਇਆ ਹੁੰਦਾ ਵਾ, ਬੀਬੀਆਂ ਨੇ ਆਪਦੇ ਬਣਾ ਕੇ ਪਾਇਆ ਹੁੰਦਾ ਸੀਗਾ ਕੱਤ ਕੇ। ਹਾਂਜੀ ਹਾਂਜੀ। ਅੱਛਾ, ਮਦਾਨੀ ਦਾ ਕੀ ਕੰਮ ਹੈ? ਉਹਦੇ ਲੱਸੀ ਲੁੱਸੀ ਬਣਾ ਰਹੇ ਹੋ? ਲੱਸੀ ਇੱਦਾਂ ਜੀ, ਲੱਸੀ ਅਸੀਂ ਆਪਣੀ ਤਿਆਰ ਕਰਦੇ ਹਾਂ, ਮਧਾਣੀ ਦੇ ਨਾਲ ਹੀ ਤਿਆਰ ਕਰਦੇ ਹਾਂ। ਕਿਉਂਕਿ ਅਗਰ ਆਪਾਂ ਲੱਸੀ ਬਣਾਉਂਦੇ ਆ ਨਾ ਕਿਸੇ ਹੋਰ ਤਰੀਕੇ ਨਾਲ ਬਣਾਉਂਦੇ ਆ, ਉਹ ਲੱਸੀ ਉੱਦਾਂ ਦੀ ਨਹੀਂ ਬਣਦੀ ਹੈਗੀ। ਜਿਹੜੀ ਮਧਾਣੀ ਵਾਲੀ ਚਾਟੀ ਵਾਲੀ ਲੱਸੀ ਆ, ਉਹੀ ਆਪਣੇ ਕੋਲੇ ਹੁੰਦੀ ਆ। ਆਪਾਂ ਤਾਂ ਕਰਕੇ ਮਧਾਣੀ ਤੇ ਚਾਟੀ ਰੱਖੀ ਹੋਈ ਆ, ਉਹ ਉਹੀ ਲੱਸੀ ਬਣਦੀ ਆ ਜਿਹੜੀ ਪੁਰਾਣੇ ਟਾਈਮ ਦੇ ਵਿੱਚ ਖੱਟੀ ਲੱਸੀ ਜਿਹਨੂੰ ਕਹਿ ਦਿੰਦੇ ਹੁੰਦੇ ਸੀ। ਮਤਲਬ ਇਸ ਟਾਈਮ ਤੁਹਾਡਾ ਕਿਚਨ ਵੀ ਦੇਖਿਆ, ਉਹ ਪੁਰਾਣੇ ਟਾਈਮ ਦਾ ਚੁੱਲ੍ਹਾ, ਉਹੀ ਤਵਾ, ਈਵਨ ਕਿ ਭਾਂਡੇ ਵੀ ਤੁਹਾਡੇ ਪੁਰਾਣੇ ਟਾਈਮ ਦੇ ਦੇਖਣ ਨੂੰ ਮਿਲੇ। ਇਹ ਭਾਂਡੇ ਇੱਦਾਂ ਜੀ, ਅਸੀਂ ਤੁਹਾਨੂੰ ਦੱਸਦੇ ਹਾਂ, ਸਾਡੀ ਗੱਲ ਚੱਲਦੀ ਪਈ ਆ। ਅਸੀਂ ਟੋਟਲੀ ਜਿਹੜਾ ਸਮਾਨ ਹੁਣ ਇੱਥੇ ਵਰਤਾਂਗੇ ਜੀ, ਉਹ ਸਰਬ ਲੋਹ ਦਾ ਵਰਤਾਂਗੇ। ਹਾਂਜੀ, ਉਹ ਅਸੀਂ ਪਤਾ ਕੀਤਾ ਸੀ, ਪਰ ਅੱਜ ਦੇ ਟਾਈਮ 'ਚ ਕਾਫੀ ਜ਼ਿਆਦਾ ਕੋਸਟਲੀ ਆ, ਕਾਫੀ ਮਹਿੰਗਾ ਉਹ। ਮੈਂ ਪਤਾ ਕੀਤਾ ਸੀ, ਇੱਕ ਗਲਾਸ ਬਾਰੇ ਪਤਾ ਕੀਤਾ ਸੀਗਾ, ਸਾਨੂੰ ਗਲਾਸ 250 ਰੁਪਏ ਦਾ ਦੇ ਰਹੇ ਆ ਉਹ। ਇੱਕ ਕੌਲੀ 250 ਰੁਪਏ ਦੀ ਦੇ ਰਹੀ ਆ। ਅਗਰ ਕਹਿੰਦੇ ਜਿੱਦਾਂ ਆਪਾਂ ਦਾਲ ਵਗੈਰਾ ਬਣਾਉਣੀ ਆ, ਉਹ ਅਗਰ ਉਹਨਾਂ ਤੋਂ ਲੈਣਾ ਵਾ, ਹੈ ਨਾ, ਉਹ ਕਹਿੰਦੇ ਸੀਗੇ ਵੀ ਸਾਨੂੰ ਜਿਹੜਾ ਉਹ ਪਤੀਲਾ ਦੇਣਗੇ ਉਹ ਤਕਰੀਬਨ 3000 ਦਾ ਸਾਨੂੰ ਮਿਲੂਗਾ। ਕਾਫੀ ਮਹਿੰਗੇ ਨੇ, ਪਰ ਆਪਾਂ ਲੈ ਕੇ ਆਵਾਂਗੇ ਜ਼ਰੂਰ, ਕਿਉਂਕਿ ਲੋਕਾਂ ਦੀਆਂ ਬਿਮਾਰੀਆਂ
ਨੂੰ ਦੇਖਦੇ ਹੋਏ ਆਪਾਂ ਬਿਮਾਰੀਆਂ ਵੀ ਦੂਰ ਕਰਾਂਗੇ ਲੋਕਾਂ ਦੀਆਂ, ਹੈ ਨਾ। ਲੋਕ ਆਪਣੇ ਕੋਲ ਆ ਕੇ ਖਾਣਗੇ। ਉਹਦੇ ਵਿੱਚ ਦੇਖੋ ਆਪਾਂ ਡਾਕਟਰ ਦੇ ਜਾਂਦੇ, ਆਪਾਂ ਨੂੰ ਡਾਕਟਰ ਕਹਿੰਦਾ ਜੀ ਤੁਹਾਨੂੰ ਲੋਹੇ ਦੀ ਘਾਟ ਹੋ ਗਈ ਜਾਂ ਤੁਹਾਨੂੰ ਆਹ ਹੋ ਗਿਆ, ਹੈ ਨਾ, ਆਹ ਕੁਛ ਤੁਹਾਡੇ 'ਚ ਪਾਇਆ ਜਾਂਦਾ ਜਾਂ ਘੱਟ ਆ, ਹੈ ਨਾ। ਉਹ ਚੀਜ਼ਾਂ ਮਤਲਬ ਜਿਹੜੀਆਂ ਆਪਣੀਆਂ ਪੁਰਾਣੀਆਂ ਸੀਗੀਆਂ ਉਹ ਆਪਣੇ ਸਰੀਰ ਦੇ ਵਿੱਚ ਉਹ ਤੱਤ ਪੂਰੇ ਕਰ ਦਿੰਦੀਆਂ ਸੀਗੀਆਂ। ਤਾਂ ਕਰਕੇ ਆਪਾਂ ਦੇਖੋ ਇੱਕ ਤਾਂ ਸੇਵਾ ਹੋ ਜੂਗੀ, ਅਸੀਂ ਉਹ ਭਾਂਡੇ ਜ਼ਰੂਰ ਲੈ ਕੇ ਆਵਾਂਗੇ ਜੀ। ਇਹ ਵੀ ਚੀਜ਼ ਤਾਂ ਹੁੰਦੀ ਹੈ ਕਿ ਜੇ ਦੁਕਾਨਦਾਰੀ ਚੱਲ ਪਈ ਫਿਰ ਕੀ ਲੋੜ ਹੈ, ਅਸੀਂ ਰੇਟ ਵੀ ਵਧਾਵਾਂਗੇ। ਨਹੀਂ ਜੀ, ਦੁਕਾਨਦਾਰੀ ਚੱਲਣ ਵਾਲੀ ਇਉਂ ਗੱਲ ਆ ਵੀ ਚਲੋ ਪ੍ਰਮਾਤਮਾ ਨੇ ਸਾਨੂੰ ਸਵੀਮਿੰਗ ਪੂਲ ਪਿੱਛੇ ਬਣਾ ਕੇ ਦਿੱਤਾ ਹੋਇਆ ਵਾ, ਉਹਦੇ ਤੋਂ ਸਾਨੂੰ ਕਮਾਈ ਵਧੀਆ ਹੋ ਰਹੀ ਆ, ਠੀਕ ਹੈ ਜੀ। ਇਹ ਤਾਂ ਜੋ ਆਪਾਂ ਕਰ ਰਹੇ ਹਾਂ ਇੱਕ ਸੇਵਾ ਦੇ ਤੌਰ ਤੇ ਹੀ ਆ, ਸਮਝ ਲਓ, ਸ਼ੌਂਕ ਆ। ਹੁਣ ਮੇਰੀ ਗੱਲ ਸੁਣੋ, ਭਾਂਡੇ ਤਾਂ ਸਾਡੇ ਆ ਸਟੀਲ ਦੇ ਵੀ ਚੱਲੀ ਜਾਂਦੇ ਆ, ਬਲਕਿ ਉਹ ਚੀਜ਼ਾਂ ਨਾਲੋਂ ਜਿਵੇਂ ਸਰਬ ਲੋਹ ਦੇ ਅਸੀਂ ਉਹ ਲੈ ਕੇ ਆਵਾਂਗੇ, ਉਹਨੂੰ ਜੰਗਾਲ ਵੀ ਪਊਗਾ ਨਾ, ਸਾਂਭ ਸੰਭਾਲ ਵੀ ਹੱਦ ਤੋਂ ਵੱਧ ਹੋਊਗੀ ਉਹਦੀ। ਕਿਉਂਕਿ ਜਿਵੇਂ ਹੁਣ ਆਪਾਂ ਬੀਬੀਆਂ ਸਾਡੇ ਕੋਲ ਆਉਂਦੀਆਂ ਨੇ ਜਿਹੜੀਆਂ ਇੱਥੇ ਆਪਣੇ ਕੋਲ ਕੰਮ ਕਰਦੀਆਂ ਨੇ, ਉਹ ਮੈਨੂੰ ਕਹਿੰਦੀਆਂ ਵੀਰ ਜੀ ਵੀ ਤੁਸੀਂ ਸਰਬ ਲੋਹ ਦਾ ਜਿਵੇਂ ਸਮਾਨ ਸਾਰਾ ਇਹ ਲੈ ਕੇ ਤਾਂ ਆਓਗੇ, ਭਾਂਡੇ ਸਰਬ ਲੋਹ ਦੇ, ਸਾਨੂੰ ਇਹਦੀ ਸੰਭਾਲ ਰੱਖਣੀ ਪਊ। ਕਿਉਂਕਿ ਉਹਦੇ 'ਚ ਜਦੋਂ ਆਪਾਂ ਪਾਣੀ ਇੱਕ ਵਾਰ ਪੈ ਗਿਆ ਜੀ ਉਹ ਜੰਗ ਫੜ ਜਾਂਦਾ, ਫਿਰ ਉਹ ਇਦਾਂ ਨਹੀਂ ਗਾ ਜਿਵੇਂ ਆਪਾਂ ਸਰਫ ਨਾਲ ਭਾਂਡੇ ਧੋਨੇ ਆ ਉਹਦੇ ਨਾਲ ਧੋ ਲਾਂਗੇ, ਉਹ ਸਿਰਫ ਰੇਤੇ ਨਾਲ ਮਾਂਜੇ ਜਾਣੇ ਆ ਜੀ। ਹਾਂ, ਤਾਂ ਕਰਕੇ। ਤੇ ਇੱਕ ਚੀਜ਼ ਹੋਰ ਤੁਸੀਂ ਕਹਿ ਰਹੇ ਹੋ ਕਿ ਅਸੀਂ ਕਿੱਲੀ ਤਾਂ ਟੰਗੀ ਹੈ ਪਰ ਪੱਖਾ ਨਹੀਂ ਲਾਉਣਾ, ਗਰਮੀ ਅੱਤ ਦੀ ਹੋਣੀ ਹੈ, ਮਤਲਬ ਬਹੁਤ ਬੁਰਾ ਹਾਲ ਹੋਣਾ, ਫਿਰ ਉਸ ਟਾਈਮ ਦਾ ਕੀ ਜੁਗਾੜ ਕੀਤਾ ਤੁਸੀਂ? ਦੇਖੋ ਜੀ, ਜਿੱਦਾਂ ਹੁਣ ਮੈਂ ਤੁਹਾਨੂੰ ਦੱਸਦਾ, ਥੋੜੀ ਗਰਮੀ ਸੀ ਉਸ ਟਾਈਮ ਜਦੋਂ ਅਸੀਂ ਇਹ ਬਣਾਇਆ ਵਾ। ਉਸ ਟਾਈਮ ਅਸੀਂ ਫਿਟਿੰਗ ਕਰਵਾਈ ਅੰਦਰ, ਉਹ ਕੁੰਡੀਆਂ ਵੀ ਲਗਾਈਆਂ ਜਿਨ੍ਹਾਂ ਤੇ ਪੱਖੇ ਟੰਗਣੇ ਆ। ਪਰ ਸਾਨੂੰ ਪਿਛਲੇ ਸੀਜ਼ਨ ਪੱਖੇ ਲਗਾਉਣ ਦੀ ਲੋੜ ਹੀ ਨਹੀਂ ਪਈ, ਫਿਰ ਹੁਣ ਕਿਉਂ ਲਗਾਵਾਂਗੇ? ਪਿਛਲਾ ਸੀਜ਼ਨ ਵਧੀਆ ਰਿਹਾ। ਦੇਖੋ ਲੋਕ ਸਾਡੇ ਕੋਲੇ ਆਏ ਹੈ ਨਾ, ਖਾਣਾ ਖਾ ਕੇ ਗਏ, ਉਹਨਾਂ ਨੇ ਸਾਨੂੰ ਕਿਹਾ ਹੀ ਨਹੀਂ ਵੀ ਸਾਨੂੰ ਗਰਮੀ ਲੱਗ ਰਹੀ ਆ। ਜੇ ਹੁਣ ਕਸਟਮਰ ਆ ਕੇ ਸਾਨੂੰ ਕਹੂਗਾ ਵੀ ਅੰਦਰ ਬੈਠ ਨਹੀਂ ਹੁੰਦਾ, ਗਰਮੀ ਲੱਗਦੀ ਆ ਜਾਂ ਸਾਨੂੰ ਗਰਮੀ ਲੱਗੂਗੀ, ਫਿਰ ਹੀ ਆਪਾਂ ਪੱਖੇ ਵਗੈਰਾ ਲਗਾਵਾਂਗੇ। ਮਤਲਬ ਸਲਾਹ ਲਿੱਤੀ ਸੀ ਕਿਸੇ ਤੋਂ ਕਿ ਬਈ ਇਸ ਤਰੀਕੇ ਨਾਲ ਕੰਮ ਕਰ ਸਕਦੇ ਆ, ਡਿਜ਼ਾਈਨ ਕਰ ਸਕਦੇ ਆ, ਗਰਮੀ ਦਾ ਵੀ ਹਿੱਲਾ ਹੋ ਸਕਦਾ ਆ, ਸਰਦੀਆਂ ਦਾ ਵੀ? ਸਲਾਹ ਕੋਈ ਨਹੀਂ ਲਈ ਜੀ, ਮੈਂ ਤੁਹਾਨੂੰ ਦੱਸਦਾ, ਅਸੀਂ ਕਾਫੀ ਛੋਟੇ ਹੁੰਦੇ ਸੀ, ਸਾਡੇ ਗਵਾਂਢ ਦੇ ਵਿੱਚ ਨਾ ਇੱਕ ਛੋਟਾ ਘਰ ਬਣਿਆ ਹੁੰਦਾ ਸੀ ਇਦਾਂ ਦਾ ਹੀ, ਕੱਚਾ ਘਰ। ਹੁਣ ਤਾਂ ਉਹਨਾਂ ਨੇ ਵੀ ਮੁੰਡੇ ਬਾਹਰ ਚਲੇ ਗਏ, ਉਹਨਾਂ ਕੋਲੇ ਵੀ ਪੱਕਾ ਘਰ ਹੀ ਆ। ਉਹ ਕਾਫੀ ਜਿਵੇਂ ਆਪਾਂ ਤਾਂ ਥੋੜ੍ਹਾ ਇਹ ਹੁਣ ਮੈਂ ਮਾਡਲ ਬਣਾ ਲਿਆ, ਸਮਝ ਲਓ, ਚਲੋ ਕੋਈ ਚੀਜ਼ ਬਣਾਉਂਦੇ ਆ ਆਪਾਂ ਨੂੰ ਪਤਾ ਲੱਗਦਾ ਨਾ। ਸਾਡੇ ਕੋਲੋਂ ਇਹ ਸਮਝ ਲਓ ਵੀ ਜਿਹੜਾ ਮਾਡਲ ਬਣ ਗਿਆ 1950 ਦਾ ਬਣ ਗਿਆ। ਹੁਣ ਜਿਹੜਾ ਅੱਗੇ ਆਪਾਂ ਤਿਆਰ ਕਰ ਰਹੇ ਹਾਂ ਉਹ ਅਸੀਂ ਬਿਲਕੁਲ ਫਰਸ਼ ਦੇ ਲੈਵਲ ਕਰਾਂਗੇ, ਜਿੱਦਾਂ ਧਰਤੀ ਦੇ ਲੈਵਲ, ਜਿੱਦਾਂ ਮਤਲਬ ਚਗਾਠ ਲੱਗੀ ਹੁੰਦੀ ਸੀਗੀ, ਉਹਨੂੰ ਆਪਾਂ ਇੱਦਾਂ ਸਟੈਪ ਚੱਕ ਕੇ ਨਾ ਅੰਦਰ ਵੜਦੇ ਸੀਗੇ, ਡੂੰਘਾ ਹੁੰਦਾ ਸੀਗਾ ਉਹ ਚੀਜ਼। ਇਹ ਸਭ ਤੋਂ ਉੱਚਾ ਬਣ ਗਿਆ, ਮਤਲਬ 1935 ਦਾ ਮਾਡਲ ਤਿਆਰ ਕਰਾਂਗੇ ਹੁਣ ਆਪਾਂ। ਇਹ 1950 ਦਾ ਬਣ ਗਿਆ ਸਾਡੇ ਤੋਂ। ਹੁਣ ਕੋਈ ਬਜ਼ੁਰਗ ਆਉਂਦੇ ਆ ਸਾਡੇ ਕੋਲ ਜਿਨ੍ਹਾਂ ਦੇ ਗੋਡੇ ਨਹੀਂ ਕੰਮ ਕਰਦੇ, ਉਹ ਸਾਨੂੰ ਕਹਿੰਦੇ ਆ ਯਾਰ ਸਾਡਾ ਦਿਲ ਬੜਾ ਕਰਦਾ ਵੀ ਅੰਦਰ ਬੈਠ ਕੇ ਅਸੀਂ ਖਾਣਾ ਖਾਈਏ, ਪਰ ਉਹ ਪੌੜੀਆਂ ਨੇ ਆਪਣੇ 3-4 ਸਟੈਪ ਬਣੇ ਹੋਏ ਆ, ਉਹਨਾਂ ਤੋਂ ਚੜ੍ਹ ਨਹੀਂ ਹੁੰਦੇ। ਫਿਰ ਮੈਂ ਉਹਨਾਂ ਨੂੰ ਕਿਹਾ, ਮੈਂ ਕਿਹਾ ਕੋਈ ਗੱਲ ਨਹੀਂ ਜੀ, ਤੁਸੀਂ 2 ਮਹੀਨੇ ਰੁਕ ਜਾਓ, ਆਪਾਂ ਤੁਹਾਨੂੰ ਇਹ ਹੋਰ ਘਰ ਤਿਆਰ ਕਰਕੇ ਦਿੰਦੇ ਆ ਜਿਹੜਾ 1935 ਦਾ ਮਾਡਲ ਹੋਊਗਾ। ਹੋਰ ਪੁਰਾਣਾ ਪੰਜਾਬ ਦਿਖਾਵਾਂਗੇ। ਹਾਂਜੀ, ਇਸ ਤੋਂ ਪੁਰਾਣਾ ਦਿਖਾਵਾਂਗੇ ਜੀ। ਹੁਣ ਇਹ ਉੱਚਾ ਬਣਿਆ ਹੋਇਆ, ਫਿਰ ਆਪਾਂ ਨੀਵਾਂ ਕਰਾਂਗੇ ਇਹਨੂੰ ਜੀ। ਸੋ ਹੋਰ ਅੱਗੇ ਦੇ ਕੀ ਕੁਝ ਪਲਾਨਸ ਚੱਲ ਰਹੇ ਨੇ? ਅੱਛਾ, ਖਾਣੇ ਦੀ ਜੇ ਗੱਲ ਕਰੀਏ, ਕੀ ਕੁਝ ਦੇ ਰਹੇ ਹੋ ਪੁਰਾਣੇ ਟਾਈਮ ਦੇ ਅਕੋਰਡਿੰਗ? ਇਹਦੇ 'ਚ ਇੱਦਾਂ ਜੀ, ਜਿਵੇਂ ਮੈਂ ਤੁਹਾਨੂੰ ਦੱਸਿਆ ਵੀ ਅਸੀਂ ਟੋਟਲੀ ਜਿਹੜੇ ਬਰਤਨ ਇੱਥੇ ਵਰਤਾਂਗੇ ਸਰਬ ਲੋਹ ਦੇ ਵਰਤਾਂਗੇ ਜੀ। ਸਰਬ ਲੋਹ ਦਾ ਇਉਂ ਆ ਵੀ ਦੇਖੋ, ਹੁਣ ਸਾਨੂੰ ਤਾਂ ਉਹਦਾ ਕੋਈ ਐਡਾ ਫਾਇਦਾ ਆਪਾਂ ਕਹਿੰਦੇ ਹੀ ਨਹੀਂ ਗਏ ਨਾ। ਅਗਰ ਅਸੀਂ ਉਹਦਾ ਫਾਇਦਾ ਲੈਣਾ ਹੋਵੇ ਤਾਂ ਅਸੀਂ ਆਪਦੇ ਘਰੇ ਰੱਖੀਏ ਉਹ ਬਰਤਨ, ਹੈ ਨਾ। ਆਪਾਂ ਇੱਥੇ ਤਾਂ ਲੋਕਾਂ ਕਰਕੇ ਵੀ ਲੋਕਾਂ ਦੀਆਂ ਬਿਮਾਰੀਆਂ ਦੂਰ ਹੋਣ, ਹੈ ਨਾ, ਉਹਦੇ ਕਰਕੇ ਸਰਬ ਲੋਹ ਹੀ ਟੋਟਲ ਵਰਤਾਂਗੇ। ਫੂਡ ਬਾਰੇ ਗੱਲ ਕੀਤੀ ਹੈ ਮੈਂ ਕਿ ਮਤਲਬ ਕੀ ਕੁਝ ਇੱਥੇ ਸਰਵ ਕਰ ਰਹੇ ਹੋ ਜਾਂ ਕਰੋਗੇ ਆਉਣ ਵਾਲੇ ਟਾਈਮ ਦੇ ਵਿੱਚ? ਵੈਰਾਈਟੀਆਂ ਕਿੱਦਾਂ ਦੀ ਵੈਰਾਈਟੀ ਹੋਏਗੀ? ਦੇਖੋ ਜੀ, ਅਗਰ ਜਦੋਂ ਅਸੀਂ ਸਟਾਰਟਿੰਗ ਕੀਤੀ ਸੀਗੀ ਉਦੋਂ ਅਸੀਂ ਮੱਕੀ ਦੀ ਰੋਟੀ ਤੇ ਸਰੋਂ ਦੇ ਸਾਗ ਤੋਂ ਕੀਤੀ ਸੀ। ਉਸ ਤੋਂ ਬਾਅਦ ਜਿਵੇਂ ਲੋਕਾਂ ਦੀਆਂ ਡਿਮਾਂਡਾਂ ਆਉਂਦੀਆਂ ਨੇ, ਕੋਈ ਕਹਿੰਦਾ ਜੀ ਸ਼ਾਹੀ ਪਨੀਰ ਚਾਹੀਦਾ, ਕੜਾਈ ਪਨੀਰ ਚਾਹੀਦਾ, ਜਿਵੇਂ ਦਾਲ ਮੱਖਣੀ ਹੋ ਗਈ, ਦਾਲ ਫਰਾਈ, ਹੁਣ ਟੋਟਲ ਹੀ ਆਪਣੇ ਕੋਲੋਂ ਮਿਲ ਜਾਂਦੀਆਂ ਜੀ। ਹਾਂਜੀ, ਬਾਕੀ ਕਸਟਮਰ ਦੀ ਕੋਈ ਡਿਮਾਂਡ ਹੋਵੇ ਆਪਾਂ ਪੂਰੀ ਕਰ ਦਈਦੀ ਆ। ਅੱਛਾ, ਥੋੜੇ ਟਾਈਮ ਦੇ ਵਿੱਚ ਬਹੁਤ ਪਪੂਲਰ ਹੋ ਗਏ ਹੁਣ ਤੁਸੀਂ, ਕੋਈ ਸੈਲੀਬ੍ਰਿਟੀ ਵਾਲੀ ਫੀਲਿੰਗ ਨਹੀਂ ਆਉਂਦੀ ਹੁਣ ਤੁਹਾਨੂੰ ਵੀ? ਨਹੀਂ ਜੀ, ਆ ਦੇਖ ਲਓ, ਸਿੰਪਲ ਸਾਦੇ ਬੰਦੇ ਆ ਆਪਾਂ ਤਾਂ, ਫੀਲਿੰਗ ਵਾਲੀ ਤਾਂ ਕੋਈ ਗੱਲ ਨਹੀਂ ਗੀ। ਕੀ ਕਹਿਣਾ ਚਾਹੂੰਗੀ ਕਿ ਹੁਣ ਤੱਕ ਲਗਾਤਾਰ ਇਨਸਾਫ ਦੀ ਜੱਦੋਜਹਿਦ ਵੀ ਜਾਰੀ ਹੈ ਤੇ ਹਾਲਾਤ ਉਹੀ ਕੁਛ ਨੇ? ਦੇਖੋ ਜੀ, ਗੱਲ ਇਉਂ ਆ ਵੀ ਇਹ ਤਾਂ ਹੁਣ ਆਮ ਇਨਸਾਨ ਇੱਕ ਰੌਲਾ ਪਾ ਸਕਦੇ ਆ, ਦੁਨੀਆ ਰੌਲਾ ਪਾਈ ਜਾਂਦੀ, ਆਪਾਂ ਕੀ ਕਰ ਸਕਦੇ ਆ ਨਾ। ਇਹ ਤਾਂ ਸਰਕਾਰ ਨੂੰ ਚਾਹੀਦਾ ਨਾ। ਅਗਰ ਸਰਕਾਰ ਇਨਸਾਫ ਦਿਵਾਉਣਾ ਚਾਹੇ ਕਿਸੇ ਨੂੰ ਵੀ, ਚਾਹੇ ਸਿੱਧੂ ਮੂਸੇ ਵਾਲਾ ਵੀਰ ਆ ਚਾਹੇ ਕੋਈ ਹੋਰ ਆ, ਠੀਕ ਆ ਨਾ, ਉਹ ਤਾਂ ਉਹਨਾਂ ਦਾ ਮੇਰੇ ਹਿਸਾਬ ਨਾਲ 5 ਮਿੰਟ ਦਾ ਕੰਮ ਆ, ਆਰਡਰ ਦੇਣਾ ਤੇ ਗੱਲ ਪੂਰੀ ਹੋਈ ਨਹੀਂ। ਕੋਈ ਇੱਦਾਂ ਹੋਇਆ ਵੀ ਸਰਕਾਰ ਦੀ ਕੋਈ ਗੱਲ ਮਤਲਬ ਨਾ ਪੂਰੀ ਹੋਈ ਹੋਵੇ?
ਮਤਲਬ ਹੁਣ ਪੰਜਾਬ ਦੇ ਵਿਗੜੇ ਹਾਲਾਤਾਂ ਨੂੰ ਦੇਖ ਕੇ ਕੀ ਕੁਝ ਲੱਗ ਰਿਹਾ, ਕੋਈ ਸਾਜ਼ਿਸ਼ ਹੈ ਜਾਂ ਫਿਰ ਕੁਝ ਹੋਰ ਕਰਨ ਦੀ ਕੋਈ ਚਾਲ, ਕੀ ਕਹਿ ਸਕਦੇ ਹੋ? ਕੁਝ ਨਹੀਂ ਕਹਿ ਸਕਦੇ ਜੀ, ਤੁਸੀਂ ਆਪ ਦੇਖ ਲਓ ਹੁਣ ਮਾਹੌਲ ਕਿੰਨਾ ਖਰਾਬ ਆ। ਠੀਕ ਹੈ ਜੀ, ਆਮ ਇਨਸਾਨ ਵੀ ਹੁਣ ਘਰ ਤੋਂ ਨਿਕਲਣ ਤੋਂ ਡਰਦਾ ਹੈ ਨਾ। ਇਹ ਗੈਂਗਸਟਰ ਕਿੰਨਾ ਵੱਧ ਚੁੱਕੇ ਆ ਹੈ ਨਾ। ਫਿਰ ਸਾਰਾ ਕੁਝ ਟੀਵੀ ਤੇ ਦੇਖ ਲਓ, ਸ਼ਰੇਆਮ ਇੱਕ ਦੂਜੇ ਨੂੰ ਧਮਕੀਆਂ, ਕਿੰਨਾ ਮਾਰ ਕੁੱਟ, ਆਹ ਕੁਛ ਤਾਂ ਪਹਿਲਾਂ ਦੇਖਿਆ ਹੀ ਨਹੀਂ ਸੀ ਕਦੇ, ਜਿਹੜਾ ਕੁਛ ਆ ਨਵੀਂ ਸਰਕਾਰ 'ਚ ਹੋ ਰਿਹਾ। ਤੇ ਉਸ ਦਾ ਕਿੰਨਾ ਕੁ ਅਸਰ ਤੁਸੀਂ ਦੇਖ ਰਹੇ ਹੋ, ਤੁਹਾਡੇ ਕੰਮ ਤੇ ਕਿੰਨਾ ਅਸਰ ਪੈ ਸਕਦਾ ਦੇਖੋ ਜੀ, ਕੰਮ ਤੇ ਅਸਰ ਵਾਲੀ ਤਾਂ ਇਹ ਗੱਲ ਆ, ਹੁਣ ਤੁਸੀਂ ਕਿਸੇ ਨੂੰ ਵੀ ਪੁੱਛੋਗੇ ਹਰੇਕ ਬੰਦਾ ਇਹ ਗੱਲ ਕਹੂਗਾ ਵੀ ਕੰਮ ਤੇ ਤਾਂ ਬਹੁਤ ਜ਼ਿਆਦਾ ਅਸਰ ਪੈ ਰਿਹਾ। ਹੁਣ ਸਰਕਾਰ ਨੂੰ ਤਾਂ ਆਪਾਂ ਦੇਖੋ, ਅਗਰ ਸਰਕਾਰ ਨੂੰ ਕਿਸੇ ਨੂੰ ਆਪਾਂ ਚੁਣਦੇ ਆ ਹੈ ਨਾ, ਸਰਕਾਰ ਦਾ ਤਾਂ ਕੰਮ ਆ ਲੋਕਾਂ ਨੂੰ ਰੁਜ਼ਗਾਰ ਦੇਣਾ, ਪਰ ਹੁਣ ਤੱਕ ਦੱਸੋ ਕਿਹਨੂੰ ਰੁਜ਼ਗਾਰ ਮਿਲ ਗਿਆ? ਜਿਨ੍ਹਾਂ ਦੇ ਮਿਲ ਗਏ ਉਹਨਾਂ ਦੇ ਵੀ ਬੰਦ ਹੋ ਰਹੇ ਨੇ। ਆ ਤੁਸੀਂ ਮੰਨਣੀ ਨਹੀਂ ਗੱਲ। ਦੇਖੋ ਅਗਰ ਕਿਸੇ ਨੇ ਘਰ ਬਣਾਉਣਾ, ਠੀਕ ਹੈ ਜੀ, ਰੇਤਾ ਬਜਰੀ ਸੀਮੈਂਟ ਤਾਂ ਬਾਅਦ ਦੀਆਂ ਗੱਲਾਂ, ਪਹਿਲਾਂ ਉਹ ਆਪਣੇ ਘਰ ਦੇ ਵਿੱਚ ਭਰਤ ਪਾਊਗਾ ਜਦੋਂ ਨੀਹਾਂ ਭਰਦੇ ਆ ਆਪਾਂ। ਆ ਪਰਸੋਂ ਚੌਥੇ ਦਾ ਆਹ ਟਰਾਲੀਆਂ ਫੜਫੜ ਇਹਨਾਂ ਨੇ ਬੰਦ ਕਰਤੀਆਂ, ਭਰਤੀ ਬੰਦ ਹੋਇਆ ਪਿਆ। ਦੱਸੋ ਅਗਰ ਮਿੱਟੀ ਨਹੀਂ ਮਿਲੂਗੀ ਤਾਂ ਮਿੱਟੀ ਤੋਂ ਬਿਨਾਂ ਤਾਂ ਫਿਰ ਕੋਈ ਘਰ ਵੀ ਨਹੀਂ ਤਿਆਰ ਹੋਣਾ ਹੈਗਾ। ਅੱਛਾ, ਤੁਹਾਡੀ ਕੁਆਲੀਫਿਕੇਸ਼ਨ ਕੀ ਹੈ? ਮੈਂ ਇਲੈਕਟ੍ਰੀਸਿਟੀ ਬੋਰਡ ਦਾ ਡਿਪਲੋਮਾ ਕੀਤਾ ਹੋਇਆ ਜੀ, +2 ਕਰਕੇ ਉਸ ਤੋਂ ਬਾਅਦ। ਤੇ ਮਤਲਬ ਇਹ ਕਿਵੇਂ ਸੋਚਿਆ ਕਿ ਇਸ ਕੰਮ ਦੇ ਵਿੱਚ ਜਾ ਕੇ, ਜਾਂ ਕੋਈ ਜੌਬ ਵਗੈਰਾ ਦਾ ਕੀ ਸਿਸਟਮ ਸੀ? ਨਹੀਂ, ਜੌਬ ਤਾਂ ਮੈਂ ਤੁਹਾਨੂੰ ਦੱਸਦਾ ਜੀ, ਮੈਂ 5 ਸਾਲ ਬਿਜਲੀ ਬੋਰਡ 'ਚ ਲਗਾਏ ਆ। ਹਾਂ, ਕੋਰਸ ਤੋਂ ਬਾਅਦ 5 ਸਾਲ ਬਿਜਲੀ ਬੋਰਡ 'ਚ ਲਗਾਏ ਆ, ਪਰ ਉਸ ਤੋਂ ਉਹਦੇ ਨਾਲ ਮੈਂ ਇੱਕ ਟਰਾਂਸਪੋਰਟ ਦਾ ਕੰਮ ਕਰਦਾ ਸੀ। ਉਹ ਫਿਰ ਮੈਨੂੰ ਜ਼ਿਆਦਾ ਵਧੀਆ ਲੱਗਿਆ, ਉਧਰ ਧਿਆਨ ਵੱਧ ਲੱਗ ਗਿਆ, ਫਿਰ ਆਪਾਂ ਟਰਾਂਸਪੋਰਟਰ ਬਣ ਗਏ। ਟਰਾਂਸਪੋਰਟਰ ਤੋਂ ਬਾਅਦ ਫਿਰ ਲੁਧਿਆਣੇ ਰਹਿੰਦੇ ਸੀ ਉਸ ਟਾਈਮ, ਫਿਰ ਉਸ ਤੋਂ ਬਾਅਦ ਇੱਥੇ ਪਿੰਡ ਆ ਕੇ ਅਸੀਂ ਸਵੀਮਿੰਗ ਪੂਲ ਤਿਆਰ ਕਰ ਲਿਆ ਇੱਕ। ਜਦੋਂ ਸਵੀਮਿੰਗ ਪੂਲ ਤਿਆਰ ਕਰ ਲਿਆ, ਫਿਰ ਟਰਾਂਸਪੋਰਟ ਲਈ ਟਾਈਮ ਹੀ ਨਹੀਂ ਨਿਕਲਿਆ, ਤਾਂ ਕਰਕੇ ਹੁਣ ਟਰਾਂਸਪੋਰਟ ਦਾ ਕੰਮ ਬੰਦ ਕਰਤਾ। ਹੁਣ ਸਵੀਮਿੰਗ ਪੂਲ ਤੇ ਵਿਰਾਸਤੀ ਹਵੇਲੀ ਚਲਾ ਰਹੇ ਹਾਂ ਜੀ। ਪਰਿਵਾਰ ਦੇ ਵਿੱਚ ਕਿੰਨੇ ਮੈਂਬਰ ਨੇ? ਪਰਿਵਾਰ ਦੇ ਵਿੱਚ ਮੰਮੀ ਹੈਗੀ ਹੈ ਜੀ, ਭਰਾ ਹੈਗਾ ਵਾ, ਠੀਕ ਹੈ ਜੀ, ਘਰ ਦੇ ਹੋ ਗਏ, ਤੇ ਇੱਕ ਬੇਟਾ ਮੇਰੇ, ਇੱਕ ਬੇਟੀ ਆ। ਹਾਂਜੀ। ਸਾਰਿਆਂ ਦਾ ਸਹਿਯੋਗ ਕਿੱਦਾਂ ਦਾ? ਠੀਕ ਹੈ ਜੀ, ਵਧੀਆ, ਪੂਰਾ ਵਧੀਆ, ਮਤਲਬ ਪੂਰਾ ਟੱਬਰ ਲੱਗਿਆ ਹੋਇਆ ਇਸ ਸੇਵਾ ਦੇ ਵਿੱਚ। ਹਾਂਜੀ। ਸੋ ਬਹੁਤ ਬਹੁਤ ਸ਼ੁਕਰੀਆ। ਤੇ ਚਲੋ ਹੁਣ ਤੁਹਾਡੀ ਹਵੇਲੀ ਵੀ ਦੇਖਦੇ ਹਾਂ ਕੀ ਕੁਛ ਹੈ ਅੰਦਰ ਸਿਸਟਮ ਜੀ। ਸੋ ਆਓ ਗਾਈਜ਼, ਹੁਣ ਅੰਦਰ ਚੱਲਦੇ ਆ, ਹਵੇਲੀ ਪੂਰਾ ਤੁਹਾਨੂੰ ਦਿਖਾਵਾਂਗੇ ਤੇ ਕੀ ਕੁਛ ਅੰਦਰ ਪਿਆ ਹੋਇਆ, ਤੇ ਪੁਰਾਣੇ ਵਿਰਸੇ ਦੇ ਨਾਲ ਜੁੜੀਆਂ ਕਿਹੜੀਆਂ ਚੀਜ਼ਾਂ ਦੇਖਣ ਨੂੰ ਮਿਲਣ ਵਾਲੀਆਂ ਨੇ, ਉਹਦਾ ਵੀ ਮੈਂ ਬੇਹੱਦ ਬੇਸਬਰੀ ਨਾਲ ਇੰਤਜ਼ਾਰ ਕਰ ਰਹੀ ਹਾਂ। ਸੋ ਆਓ ਮੇਰੇ ਨਾਲ। ਖਾਸ ਕਰ ਇੱਥੇ ਰੂਮ ਦੀ ਡੈਕੋਰੇਸ਼ਨ ਬਹੁਤ ਪਿਆਰੀ ਹੈ, ਤੇ ਇਹ ਸਵਿਚ ਬਹੁਤ ਪੁਰਾਣੇ ਟਾਈਮ ਦੇ ਕਿੱਧਰੋਂ ਲੱਭੇ ਤੁਸੀਂ? ਇਹ ਤਾਂ ਜੀ ਪਹਿਲਾਂ ਤਾਂ ਸੁੱਚ ਅਸੀਂ ਲੱਭਦੇ ਪਏ ਸੀ, ਜਿਹੜੇ ਕਾਫੀ ਪੁਰਾਣੇ ਟਾਈਮ 'ਚ ਹੁੰਦੇ ਸੀਗੇ, ਗੋਲ ਸੁੱਚ ਹੁੰਦੇ ਸੀਗੇ, ਉਹ ਸਾਨੂੰ ਮਿਲੇ ਨਹੀਂ ਗੇ। ਪਰ ਇਹ ਵੀ ਬਹੁਤ ਜ਼ਿਆਦਾ ਮੁਸ਼ਕਿਲ ਨਾਲ ਮਿਲੇ ਆ, ਵੀ ਪੁਰਾਣਾ ਟਾਈਪ ਹੀ ਆ ਜਦੋਂ ਪੁਰਾਣੇ ਸਮੇਂ 'ਚ ਹੁੰਦੇ ਸੀਗੇ ਇਹ ਸੁੱਚ। ਤੇ ਇਹ ਕਲਾਕਾਰੀ ਜਿਹੜੀ ਕੀਤੀ ਹੋਈ ਹੈ ਪੂਰੀ ਪ੍ਰੋਪਰ, ਇਹ ਇੱਦਾਂ ਜੀ, ਇਸ ਹਵੇਲੀ ਨੂੰ ਦੇਖਦੇ ਹੋਏ ਇਹਦੇ ਨਾਲ ਫਿਰ ਮਿਲਦਾ ਜੁਲਦਾ ਜੋ ਵੀ ਆ ਕਲਚਰ ਆਪਾਂ ਨੂੰ ਦਿਖਾਉਣਾ ਪੈ ਰਿਹਾ ਸੀ ਨਾ, ਤਾਂ ਕਰਕੇ ਫਿਰ ਇਹ ਬਣਾਈ ਹੋਈ। ਜਿੱਦਾਂ ਇਹ ਕੁੜੀਆਂ ਪੀਂਘਾਂ ਝੂਟਦੀਆਂ ਨੇ, ਠੀਕ ਹੈ ਜੀ, ਜਾਂ ਉਹ ਕਿਕਲੀ ਪਾਉਂਦੀਆਂ ਨੇ, ਕਿਸੇ ਨੂੰ ਪਤਾ ਹੀ ਨਹੀਂ ਹੋਣਾ ਇਹ ਗੱਲ ਦਾ ਵੀ ਕਿਕਲੀ ਇੱਦਾਂ ਪੈਂਦੀ, ਜਾਂ ਪੀਂਘਾਂ ਬਾਰੇ ਵੀ ਨਾ ਸਾਡੇ ਕੋਲ ਬੱਚੇ ਆਉਂਦੇ ਆ, ਉਹਨਾਂ ਨੂੰ ਪਤਾ ਹੈ ਨਹੀਂਗਾ। ਪਰ ਹੁਣ ਆਈ ਥਿੰਕ ਬਾਹਰ ਵੀ ਲੱਗੀ ਹੋਈ ਹੈ ਨਾ? ਹਾਂਜੀ, ਪੀਂਘਾਂ ਬਾਹਰ ਪਾਈਆਂ ਹੋਈਆਂ ਨੇ ਜੀ। ਤੇ ਤੁਸੀਂ ਕਿਹਾ ਸੀ ਕਿ ਮੈਂ ਪੱਖਾ ਨਹੀਂ ਲਵਾਉਣਾ, ਆਹ ਕਿੱਲੀ ਕਿਵੇਂ ਟੰਗੀ ਹੈ? ਇਹ ਇੱਦਾਂ ਜੀ, ਸਾਨੂੰ ਉਸ ਟਾਈਮ ਪਤਾ ਨਹੀਂ ਸੀਗਾ ਵੀ ਅਸੀਂ ਤਾਂ ਜਿਹੜੀ ਫਿਟਿੰਗ ਕਰਵਾਈ ਸੀਗੀ, ਚਲੋ ਪ੍ਰੋਪਰ ਉਹ ਹਿਸਾਬ ਨਾਲ ਕਰਵਾਈ ਸੀ ਵੀ ਇੱਥੇ ਪੱਖਾ ਲੱਗੂਗਾ, ਠੀਕ ਹੈ ਜੀ। ਪਰ ਹੁਣ ਆਪਾਂ ਗਰਮੀ ਦਾ ਮੌਸਮ, ਆਪਾਂ ਅੰਦਰ ਖੜੇ ਆ, ਆਪਾਂ ਨੂੰ ਗਰਮੀ ਲੱਗ ਨਹੀਂ ਰਹੀ, ਤਾਂ ਆਪਾਂ ਪੱਖਾ ਕਾਹਦੇ ਲਈ ਲਗਾਉਣਾ? ਬਿਲਕੁਲ। ਸੋ ਇੱਕ ਬਹੁਤ ਹੀ ਖੂਬਸੂਰਤ ਸਾਡੇ ਨਾਲ ਜੋੜਾ ਹੈ, ਉਹਨਾਂ ਨਾਲ ਗੱਲਬਾਤ ਕਰਦੇ ਹਾਂ ਤੇ ਜਾਣਦੇ ਕਿ ਉਹਨਾਂ ਨੂੰ ਕਿੱਦਾਂ ਦੀ ਲੱਗੀ ਇਹ ਡੈਕੋਰੇਸ਼ਨ। ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਕੀ ਹਾਲ ਚਾਲ? ਬਹੁਤ ਵਧੀਆ ਜੀ। ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਕੀ ਹਾਲ ਨੇ? ਵਧੀਆ ਜੀ। ਹਵੇਲੀ ਕਿੱਦਾਂ ਦੀ ਲੱਗੀ? ਬਹੁਤ ਜ਼ਿਆਦਾ ਸੋਹਣੀ ਜੀ। ਪਹਿਲਾਂ ਵੀ ਆਏ ਹੋ ਕਦੇ ਜਾਂ ਫਸਟ ਟਾਈਮ ਹੈ? ਫਸਟ ਟਾਈਮ ਫਸਟ ਟਾਈਮ ਹੈ। ਕਿਸੇ ਨੇ ਦੱਸਿਆ ਸੀ ਕਿ ਇੱਥੇ ਹਵੇਲੀ ਬਣੀ ਹੈ, ਜਾਂ ਆਂਦੇ ਜਾਂਦੇ ਦੇਖਿਆ ਬਸ? ਨਹੀਂ, ਆਂਦੇ ਜਾਂਦੇ ਦੇਖਦੇ ਸੀਗੇ, ਤੇ ਫਿਲਹਾਲ ਅਸੀਂ ਸੋਚਿਆ ਵੀ ਚਲੋ ਅੱਜ ਫਿਲਹਾਲ ਇਹਦੇ ਬੈਠ ਕੇ ਕੁਝ ਖਾ ਪੀ ਲੈਂਦੇ ਹਾਂ, ਇੰਜੋਏ ਕਰਦੇ ਹਾਂ। ਬਹੁਤ ਸੋਹਣੇ ਆ ਸਾਰਾ ਪਾਸਾ। ਖਾਸ ਕਰ ਇੱਕ ਬਹੁਤ ਸੋਹਣਾ ਉਪਰਾਲਾ ਉਦੋਂ ਹੁੰਦਾ ਕਿ ਵਿਰਸਾ ਪੁਰਾਣਾ ਦੇਖਣ ਨੂੰ ਮਿਲ ਰਿਹਾ ਇੱਥੇ। ਹਾਂਜੀ। ਜਿਵੇਂ ਇਹ ਆਪਾਂ ਲਿਖਿਆ ਟਿੱਬਿਆਂ ਦਾ ਪੁੱਤ ਹੈ ਨਾ, ਦੇਖੋ ਕੋਈ ਵੀ ਸਿੰਗਰ ਆ ਹੈ ਨਾ, ਜਾਂ ਕੋਈ ਫਿਲਮ ਸਟਾਰ ਆ, ਉਹ ਕੀ ਕਰਦਾ ਜਦੋਂ ਉਹਦੇ 2 ਕੁ ਗਾਣੇ ਚੱਲ ਪੈਂਦੇ ਆ, ਉਹ ਜਾਂ ਤਾਂ ਚੰਡੀਗੜ੍ਹ ਜਾ ਕੇ ਰਹਿਣ ਲੱਗ ਜਾਂਦਾ, ਜਾਂ ਬੰਬੇ ਜਾ ਕੇ ਰਹਿਣ ਲੱਗ ਜਾਂਦਾ ਜੀ, ਜਾਂ ਦਿੱਲੀ ਜਾ ਕੇ ਰਹਿਣ ਲੱਗ ਜਾਂਦਾ, ਠੀਕ ਹੈ ਜੀ। ਇਹ ਪਹਿਲਾ ਇੱਕ ਮਾਂ ਦਾ ਪੁੱਤ ਆ ਜਿਹਨੇ ਮਤਲਬ ਆਪਦੇ ਪਿੰਡ ਵਿੱਚ ਹੀ ਕੋਠੀ ਪਾਈ ਆ, ਤੇ ਸਾਰਿਆਂ ਨੂੰ ਦਿਖਾਇਆ,
ਤਾਂ ਕਰਕੇ ਆਪਾਂ ਕਹਿੰਦੇ ਆ ਦੇਖੋ ਇਹਨਾਂ ਦੇ ਪਿੰਡ ਉੱਥੇ ਟਿੱਬੇ ਹੀ ਹੁੰਦੇ ਸੀ, ਟਿੱਬਿਆਂ ਨੂੰ ਪੱਧਰ ਕਰਕੇ ਜੱਟ ਨੇ ਐਡੀ ਹਵੇਲੀ ਪਾਤੀ, ਤਾਂ ਕਰਕੇ ਇਹਨੂੰ ਟਿੱਬਿਆਂ ਦਾ ਪੁੱਤ ਕਹਿੰਦੇ ਆ। 5911 ਲਿਖਿਆ ਠੀਕ ਹੈ ਜੀ, ਜਾਂ ਹੈ ਕੋਈ ਹੋਰ, ਉਹ ਥੱਲੇ ਲਿਖਿਆ ਹੋਇਆ ਹੈ ਕੋਈ ਹੋਰ, ਨਾ ਤਾਂ ਇਹਦੇ ਵਰਗਾ ਕੋਈ ਹੋਰ ਆ, ਸਾਰੀ ਦੁਨੀਆ ਕਹਿੰਦੀ ਆ ਠੀਕ ਹੈ ਜੀ, ਨਾ ਸਿੰਗਰ ਹੋ ਸਕਦਾ ਠੀਕ ਹੈ ਜੀ। 5911 ਇਹਦੇ ਕੋਲ ਇੱਕ ਟਰੈਕਟਰ ਹੈ ਜੀ ਜਿਹਨੂੰ ਉਹ ਬਹੁਤ ਜ਼ਿਆਦਾ ਪਿਆਰ ਕਰਦਾ। ਹੁਣ ਇਹਦੀ ਵਰਸ਼ੀ ਲੰਘ ਕੇ ਗਈ ਆ, ਦੇਖੋ ਸਪੈਸ਼ਲ 5911 ਉੱਥੇ ਪੇਸ਼ ਕੀਤਾ ਗਿਆ, ਤਾਂ ਕਰਕੇ ਇਹਨੂੰ ਟਿੱਬਿਆਂ ਦਾ ਪੁੱਤ ਤੇ 5911 ਦਾ ਨਾਮ ਦਿੱਤਾ ਗਿਆ ਜੀ। ਇਹ ਸੀਗੀ ਮਰਹੂਮ ਗਾਇਕ ਸਿੱਧੂ ਮੂਸੇਵਾਲਾ ਜੀ ਦੀ ਯਾਦ ਦੇ ਵਿੱਚ ਬਣਾਈ ਹੋਈ ਵਿਰਾਸਤੀ ਹਵੇਲੀ। ਤੁਹਾਨੂੰ ਕਿੱਦਾਂ ਦੀ ਲੱਗੀ ਕਮੈਂਟ ਸੈਕਸ਼ਨਸ ਦੇ ਵਿੱਚ ਜ਼ਰੂਰ ਲਿਖ ਕੇ ਦੱਸਿਓ, ਤੇ ਇਸੇ ਤਰ੍ਹਾਂ ਲੇਟੈਸਟ ਯੂਨੀਕ ਅਪਡੇਟ ਲਈ ਤੇ ਹੋਰ ਵੀ ਅਲੱਗ-ਅਲੱਗ ਤਰ੍ਹਾਂ ਦੀਆਂ ਸਟੋਰੀਆਂ ਦੇਖਣ ਲਈ ਜੁੜੇ ਰਹੋ ਸਿਟੀ ਹੋਮ ਨਿਊਜ਼ ਦੇ ਨਾਲ। ਤੇ ਆਪਣੀ ਸ਼ਿਵਾਂਗੀ ਦੇ ਇਜਾਜ਼ਤ, ਧੰਨਵਾਦ।